वाहिगुरु जी का खालसा वाहिगुरु जी की फतेह। श्री वाहिगुरु एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चकर चहन अर वर्ण जात अर पात नहन जेहे और उपरंग अर रेख फेख को कह न सकत केहे अचल मूरत अनपहो प्रकाश अमितोज कह जय कोट इंद्र इंद्राण साहे साहाण गण जय त्रिभुवन महीप सुर नर असुर नेत नेत बन तृण कहत तव सर्ब नाम कथय कवन कर्म नाम बरनत सुमत तव सर्ब नाम कथय कवन कर्म नाम बरनत सुमत तू ठाकरो वैरागरो मैं जही कण चेरी राम तू सागरो रतनगरो हौ सार न जाना तेरी राम सार न जाना तू वड दाना कर मेहरमत साई कृपा कीजै समत दीजै आठ पहर तुद ध्याई गर्भ न कीजै ऋण होवीजै तागत जियरे तेरी सब उपर नानक का ठाकुर मैं जही कण चेरी राम हम अवगुण भरे एक गुण नाहि अमृत छाड़ बिख बिख खाई माया मोह परम पै भूले सुतदारा स्यों प्रीत लगाई एक उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास राखो सो कहो टल गुर सेविया अहनस सहज सुपाए दर्शन परसे गुरु कै जन्म मरण दुख जाए होवै सिफत खसंबंधी
ਨੂਰ ਅਰਸੋ ਕੁਰਸੋ ਝਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ। ਪਿੰਗਲ ਪਰਬਤ ਪਾਰ ਪਰੇ ਖਾਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਜਿਆ ਗੋਰ ਭੇਟ ਪੁਨੀਤਾ ਪਿੰਗਲ ਪਰਬਤ ਪਾਰ ਪਰੇ ਖਾਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਜਿਆ ਗੋਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੇ ਸੁਨਹੁ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਰਹਾਉ ਐਸੇ ਭਗਤ ਗੋਵਿੰਦ ਕੇ ਕੀਟ ਹਸਤੇ ਜੀਤਾ ਜੋ ਜੋ ਕੀਨੋ ਆਪਨੋ ਤਿਸ ਅਭੈ ਦਾਨ ਦਿੱਤਾ ਸਿੰਘ ਬਲਾਏ ਹੋਏ ਗਇਓ ਤ੍ਰਣ ਮੇਰ ਦਖੀਤਾ ਸ਼ਰਮ ਕਰਤੇ ਦਮ ਆਡਕੋ ਤੇ ਗਣਿਤ ਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सत्कारयोग गुरु की साजी और नवाजी हुई गुरु का खास रूप गुरु खालसा साध संगत जियो ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹੋ। ਧੁਰ ਕੀ ਬਾਣੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਸਾਹਿਬ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਹੋਇਆਂ
ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪਿੰਗਲ ਪਰਬਤ ਪਾਰ ਪਰੇ ਖਾਲ ਚਤੁਰ ਬਕੀਤਾ। ਬਿਲਾਵਲ ਰਾਗ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਨੇ। ਸਾਧ ਸੰਗਤ ਦੀ ਮਹਿਮਾ, ਸਾਧ ਸੰਗਤ ਦਾ ਪ੍ਰਤਾਪ ਆਪਣੇ ਇਹਨਾਂ ਬਚਨਾਂ ਰਾਹੀਂ ਦਰਸਾਉਂਦੇ ਹਨ ਕਿ ਪਿੰਗਲੇ ਪਰਬਤਾਂ ਤੇ ਚੜ੍ਹ ਕੇ ਪਰਬਤਾਂ ਨੂੰ ਪਾਰ ਉਤਰਨ ਵਾਲੇ ਹੋ ਗਏ, ਔਰ ਜਿਹੜੇ ਖਲ ਮੂਰਖ ਸਨ ਉਹ ਚਾਰ ਵੇਦਾਂ ਦੇ ਵਕਤਾ ਹੋ ਗਏ। ਸੰਗਤ ਦਾ ਇਹ ਪ੍ਰਤਾਪ ਹੈ, ਸਾਧ ਸੰਗਤ ਦੀ ਇਹ ਵੱਡੀ ਭਾਰੀ ਮਹਿਮਾ ਹੈ ਕਿ ਸੰਗਤ ਵਿੱਚ ਆਉਣ ਵਾਲੇ ਪਿੰਗਲੇ ਕਿਹੜੇ ਨੇ? ਪਿੰਗਲੇ ਉਹ ਨੇ ਖਾਲਸਾ ਜੀ ਜਿਨ੍ਹਾਂ ਕੋਲੋਂ ਕਦੇ ਕੋਈ ਸ਼ੁਭ ਕਰਮ ਨਹੀਂ ਹੋਇਆ, ਜਿਨ੍ਹਾਂ ਨੇ ਕਦੇ ਕੋਈ ਸ਼ੁਭ ਕਰਮ ਨਹੀਂ ਕੀਤਾ। ਉਹ ਸ਼ੁਭ ਕਰਮਾਂ ਦੇ ਪੈਰਾਂ ਤੋਂ ਬਿਨਾਂ ਜਿਹੜੇ ਪਿੰਗਲੇ ਸਨ, ਜਦੋਂ ਸੰਗਤ ਕਰਨ ਲੱਗ ਪਏ ਤਾਂ ਉਹ ਪਿੰਗਲੇ ਵੀ ਇਸ ਭਾਵ ਸਾਗਰ ਰੂਪੀ ਸੰਸਾਰ ਸਮੁੰਦਰ ਰੂਪੀ ਪਹਾੜ ਤੇ ਚੜ੍ਹ ਕੇ ਇਹਨੂੰ ਪਾਰ ਉਤਰ ਗਏ। ਇਹ ਸਾਧ ਸੰਗਤ ਦਾ ਪ੍ਰਤਾਪ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਦੌਰਾਨ ਗੁਰਮੁਖਾਂ ਨੇ ਵੇਖਿਆ ਕਿ ਇੱਕ ਸੱਜਣ ਜਾ ਰਿਹਾ ਹੈ ਜਿਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਪਰ ਉਹਦੀ ਭਾਵਨਾ ਹੈ ਕਿ ਮੈਂ ਉੱਤੇ ਤੱਕ ਹੇਮਕੁੰਟ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਨੇ ਹਨ। ਸੰਗਤ ਦੀ ਗੁਰਸਿੱਖਾਂ ਦੀ ਨਿਗਾਹ ਪਈ, ਉਹਨਾਂ ਨੇ ਉਸ ਸੱਜਣ ਨੂੰ ਆਪਣੇ ਨਾਲ ਲਿਆ। ਭਜਨ ਕਰਦਿਆਂ ਕਰਦਿਆਂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਾਏ, ਮਹਾਰਾਜ ਜੀ ਦੇ ਦਰਬਾਰ ਦੀ ਹਾਜ਼ਰੀ ਭਰਵਾ ਦਿੱਤੀ। ਪਰ ਤੱਖ ਰੂਪ ਦੇ ਵਿੱਚ ਜਿਵੇਂ ਉਹ ਪੈਰਾਂ ਤੋਂ ਪਿੰਗਲਾ ਸੰਗਤ ਦੇ ਪ੍ਰਤਾਪ ਨਾਲ ਮਹਾਰਾਜ ਜੀ ਦੇ ਦਰਬਾਰ 'ਚ ਪਹੁੰਚ ਗਿਆ, ਅੰਤਰੀਵੀ ਤੌਰ ਤੇ ਵੀ ਜਿਹੜੇ ਜੀਵ ਸ਼ੁਭ ਕਰਮਾਂ ਰੂਪੀ ਜਾਂ ਨਿਸ਼ਕਾਮ ਕਰਮਾਂ ਰੂਪੀ ਪੈਰਾਂ ਤੋਂ ਵਿਹੂਣੇ ਪਿੰਗਲੇ ਹਨ, ਉਹ ਸਾਧ ਸੰਗਤ ਦੇ ਪ੍ਰਤਾਪ ਦੁਆਰਾ ਨਿਰੰਕਾਰ ਦੇ ਮਹਿਲ 'ਚ ਪਹੁੰਚ ਜਾਂਦੇ ਹਨ। ਉਹਨਾਂ ਨੂੰ ਨਿਰੰਕਾਰ ਦੇ ਮਹਿਲ ਦੇ ਸਵਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸੀਂ ਨਿਸ਼ਕਾਮ ਕਰਮ ਨਹੀਂ ਕਰਦੇ, ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨਿਸ਼ਕਾਮ ਕਰਮ ਰੂਪੀ ਪੈਰਾਂ ਤੋਂ ਵਿਹੂਣੇ ਪਿੰਗਲੇ ਹੀ ਹਾਂ, ਕਿਉਂਕਿ ਜਦੋਂ ਤੱਕ ਨਿਸ਼ਕਾਮ ਕਰਮ ਨਹੀਂ ਕਰਦੇ ਉਦੋਂ ਤੱਕ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਚਾਹੇ ਨਿਤਨੇਮ ਕਰਦੇ ਹਾਂ, ਚਾਹੇ ਭਜਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਨਾਲ ਸਾਡੇ ਅੰਦਰ ਕਈ ਤਰ੍ਹਾਂ ਦੀਆਂ ਕਾਮਨਾਵਾਂ ਵੀ ਕੰਮ ਕਰਦੀਆਂ। ਮਹਾਰਾਜ ਆ ਵੀ ਕੁਝ ਦੇ ਦਿਓ, ਇਹ ਵੀ ਮਿਲ ਜੇ, ਇਹ ਵੀ ਪ੍ਰਾਪਤ ਹੋ ਜਾਏ। ਮੰਗਣਾ ਸਿੱਖ ਨੇ ਗੁਰੂ ਕੋਲ ਹੀ ਹੈ, ਹੋਰ ਕਿੱਥੇ ਜਾਣਾ? ਪਰ ਅੰਤਸ਼ਕਰਣ ਦੀ ਸ਼ੁੱਧੀ ਨਹੀਂ ਹੁੰਦੀ, ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਕਾਮਨਾਵਾਂ ਤਾਂ ਪੂਰੀਆਂ ਹੋ ਜਾਣਗੀਆਂ। ਸਾਧਕ ਸਾਧਨਾ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਸੰਗਤ ਵਿੱਚ ਕਥਾ ਕੀਰਤਨ ਸੁਣਦਾ ਹੈ, ਫਿਰ ਉਹਨੂੰ ਸੋਝੀ ਹੁੰਦੀ ਹੈ ਕਿ ਮੈਂ ਨਿਸ਼ਕਾਮ ਹੋਣਾ। ਜੇ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕਰਨੀ ਆ ਤਾਂ ਨਿਸ਼ਕਾਮ ਹੋਣਾ ਪਵੇਗਾ। ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਕਾਮਨਾ ਰਹਿਤ ਹੋਣਾ ਪਵੇਗਾ। ਤੋ ਸਾਧ ਸੰਗਤ ਦਾ ਹੀ ਪ੍ਰਤਾਪ ਹੈ, ਜਿਹਦੇ ਕਰਕੇ ਨਿਸ਼ਕਾਮ ਕਰਮਾਂ ਰੂਪੀ ਪੈਰਾਂ ਤੋਂ ਵਿਹੂਣੇ ਜਿਹੜੇ ਪਿੰਗਲੇ ਨੇ, ਉਹ ਵੀ ਇਸ ਸੰਸਾਰ ਸਮੁੰਦਰ ਰੂਪੀ ਪਰਬਤ ਤੇ ਚੜ੍ਹ ਕੇ ਨੂੰ ਪਾਰ ਉਤਰ ਗਏ। ਔਰ ਜਿਹੜੇ ਖਲ ਸਨ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਸੀ, ਸੋਝੀ ਨਹੀਂ ਸੀ, ਖਲ ਨਾਮ ਹੁੰਦਾ ਮੂਰਖ ਦਾ, ਜਿਹੜੇ ਰੱਬ ਦੇ ਘਰ ਵੱਲੋਂ ਬਿਲਕੁਲ ਹੀ ਮੂਰਖ ਸਨ, ਗੁਰੂ ਕੀ ਸੰਗਤ ਦਾ ਇਹ ਪ੍ਰਤਾਪ ਹੈ ਕਿ ਸਾਧ ਸੰਗਤ ਕਰਦਿਆਂ
ਉਹ ਖਲ 4 ਵੇਦਾਂ ਦੇ ਵਕਤਾ ਬਣ ਗਏ, ਜਾਂ ਚਤਰ ਬਕੀਤਾ ਦਾ ਮਤਲਬ ਹੁੰਦਾ ਹੈ ਉਹ ਚਤਰ ਵਕਤਾ ਬਣ ਗਏ ਸ਼ਾਸਤਰਾਂ ਦੇ, ਵੇਦਾਂ ਦੇ। ਜਦੋਂ ਸਾਧੂ ਦੀ ਸੰਗਤ ਦਾ ਪ੍ਰਤਾਪ ਉਹਨੂੰ ਪ੍ਰਾਪਤ ਹੋਇਆ, ਛੱਜੂ ਚੀਵਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੰਗਤ ਮਿਲੀ, ਸੀਸ ਤੇ ਛੜੀ ਧਰੀ, ਤਾਂ ਉਹੀ ਛੱਜੂ ਚੀਵਰ ਗੀਤਾ ਦੇ ਅਰਥ ਕਰਨ ਲੱਗ ਪੈਂਦਾ, ਚਾਹੇ ਪਹਿਲਾਂ ਮੁਖ ਤੋਂ ਗੂੰਗਾ ਸੀ। ਇਹ ਸੰਗਤ ਦਾ ਪ੍ਰਤਾਪ ਹੈ, ਸਾਧ ਸੰਗਤ ਦੀ ਮਹਿਮਾ ਹੈ। ਸਾਧ ਸੰਗਤ ਦੇ ਪ੍ਰਤਾਪ ਨਾਲ ਖਲ ਚਤਰ ਵੇਦਾਂ ਦੇ ਵਕਤੇ ਬਣ ਜਾਂਦੇ ਹਨ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਕਵੀ ਆਏ, ਉਸ ਕਵੀ ਦਾ ਨਾਮ ਸੀ ਕਵੀ ਚੰਦਨ। ਬੜਾ ਵਿਦਵਾਨ ਪੰਡਤ ਹੈ, ਜਾਤੀ ਕਰਕੇ ਪੰਡਤ ਸੀ, ਬ੍ਰਾਹਮਣ ਸੀ, ਵਿਦਵਾਨ ਸੀ। ਕਲਗੀਧਰ ਜੀ ਨੂੰ ਆ ਕੇ ਕਹਿਣ ਲੱਗਾ, ਜੀ ਮੈਂ ਸੁਣਿਆ ਤੁਹਾਡੇ ਕੋਲ ਬੜੇ ਬੜੇ ਵਿਦਵਾਨ ਕਵੀ ਨੇ। ਸਤਿਗੁਰੂ ਜੀ ਉਸ ਵਕਤ ਸ੍ਰੀ ਪੌਂਟਾ ਸਾਹਿਬ ਵਿਖੇ ਬਿਰਾਜਮਾਨ ਸਨ। ਕਹਿੰਦਾ ਮੈਂ ਸੁਣਿਆ ਬੜੇ ਬੜੇ ਆਲਮ ਕਵੀ ਨੇ ਤੁਹਾਡੇ ਪਾਸ, ਮੈਂ ਵੀ ਕਵੀ ਹਾਂ, ਮੈਂ ਕਵਿਤਾ ਰਚ ਕੇ ਲਿਆਇਆ, ਜੇ ਤੁਹਾਡਾ ਕੋਈ ਵਿਦਵਾਨ ਕਵੀ ਐਸਾ ਹੈ ਤੇ ਉਹ ਮੇਰੀ ਕਵਿਤਾ ਦੇ ਅਰਥ ਕਰੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕਵੀ ਚੰਦਨ ਜੀ ਤੁਸੀਂ ਇੰਨਾ ਸੁਣਿਆ ਹੈ ਕਿ ਸਾਡੇ ਕੋਲ ਵਿਦਵਾਨ ਕਵੀ ਨੇ, ਤਾਂ ਬਿਲਕੁਲ ਸਹੀ ਸੁਣਿਆ। ਤੁਸੀਂ ਜਿਹੜੀ ਕਵਿਤਾ ਉਚਾਰੀ ਹੈ ਰਹਿਣ ਦਿਓ, ਤੁਸੀਂ ਉਚਾਰਨ ਕੀਤੀ ਹੋਈ ਕਵਿਤਾ ਆਪਣੀ ਆਪਣੇ ਕੋਲ ਹੀ ਰੱਖੋ, ਤੁਹਾਡਾ ਵੀ ਮਾਣ ਸਤਿਕਾਰ ਬਣਿਆ ਰਹੇਗਾ। ਕਹਿਣ ਲੱਗਾ, ਜੀ ਨਹੀਂ, ਮੇਰੀ ਕਵਿਤਾ ਦੇ ਅਰਥ ਕਰਕੇ ਵਿਖਾਵੇ ਤੁਹਾਡਾ ਕੋਈ ਕਵੀ ਆਵੇ। ਤੋ ਕਲਗੀਧਰ ਪਾਤਸ਼ਾਹ ਨੂੰ ਕਹਿਣਾ ਪਿਆ। ਮਹਾਰਾਜ ਜੀ ਕਹਿਣ ਲੱਗੇ, ਕਵੀ ਚੰਦਨ ਤੇਰੀ ਕਵਿਤਾ ਦੇ ਅਰਥ ਤਾਂ ਸਾਡੇ ਘੋੜੇ ਨੂੰ ਘਾਹ ਪਾਣ ਵਾਲਾ ਸਾਡਾ ਕਾਈਆ ਵੀ ਕਰ ਸਕਦਾ। ਕਹਿਣ ਲੱਗਾ, ਤੁਸੀਂ ਮੇਰੀ ਤੋਹੀਨ ਕਰਦੇ ਹੋ, ਮੈਂ ਇਤਨਾ ਵਿਦਵਾਨ ਪੰਡਤ ਹਾਂ, ਮੇਰੀ ਕਵਿਤਾ ਦੇ ਅਰਥ ਤੁਹਾਡੇ ਘੋੜੇ ਨੂੰ ਘਾਹ ਪਾਣ ਵਾਲਾ ਕਾਈਆ ਕਰੇਗਾ? ਇਹ ਹੋ ਹੀ ਨਹੀਂ ਸਕਦਾ, ਬੁਲਾਓ ਕਿਹੜਾ ਕਾਈਆ ਅਰਥ ਕਰੇਗਾ। ਕਲਗੀਧਰ ਪਾਤਸ਼ਾਹ ਦੇ ਘੋੜੇ ਦੀ ਸੇਵਾ ਕਰਨ ਵਾਲੇ ਮਹਾਰਾਜ ਜੀ ਦੇ ਇੱਕ ਅਨੰਨ ਸੇਵਕ ਸਨ, ਇਹ ਵੀ 52 ਕਵੀਆਂ ਚੋਂ ਇੱਕ ਹੋਏ ਨੇ। ਇਹਨਾਂ ਦਾ ਨਾਮ ਸੀ ਕਵੀ ਧੰਨਾ ਸਿੰਘ। ਮਹਾਰਾਜ ਜੀ ਨੇ ਧੰਨਾ ਸਿੰਘ ਨੂੰ ਸੱਦਿਆ। ਭਾਈ ਧੰਨਾ ਸਿੰਘ ਜੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ, ਨਮਸਕਾਰ ਕੀਤੀ, ਵੰਦਨਾ ਕੀਤੀ। ਕਲਗੀਧਰ ਸਵਾਮੀ ਕਹਿਣ ਲੱਗੇ, ਧੰਨਾ ਸਿੰਘ ਇਹ ਕਵੀ ਚੰਦਨ ਜੀ ਨੇ, ਇਹਨਾਂ ਦੀ ਕਵਿਤਾ ਦੇ ਅਰਥ ਕਰਨੇ ਹਨ। ਤੇ ਭਾਈ ਧੰਨਾ ਸਿੰਘ ਜੀ ਕਹਿੰਦੇ, ਮਹਾਰਾਜ ਤੁਹਾਡਾ ਹੱਥ ਸਿਰ ਤੇ ਚਾਹੀਦਾ ਹੈ। ਗਰੀਬ ਨਵਾਜ ਸਤਿਗੁਰੂ, ਇਹ ਤਾਂ ਕਵੀ ਚੰਦਨ ਹੈ, ਜੇ ਬ੍ਰਹਮਾ ਜੀ ਵੀ ਆ ਕੇ ਆਪਣੇ ਕਵਿਤਾ ਉਚਾਰਨ ਕਰਨ ਲੱਗ ਪੈਣ ਤੇ ਮੈਂ ਉਹਨਾਂ ਦੀ ਕਵਿਤਾ ਦੇ ਵੀ ਅਰਥ ਕਰ ਦਿਆਂ, ਬਾ ਸ਼ਰਤ ਹੈ ਕਿ ਤੁਹਾਡਾ ਮਿਹਰ ਭਰਿਆ ਹੱਥ ਸਿਰ ਤੇ ਚਾਹੀਦਾ। ਕਵੀ ਚੰਦਨ ਬੜਾ ਹੈਰਾਨ ਸੀ। ਧੰਨਾ ਸਿੰਘ ਜੀ ਕਹਿੰਦੇ, ਬੋਲੋ ਕਵੀ ਜੀ ਕਿਹੜੀ ਕਵਿਤਾ ਲਿਆਏ ਹੋ ਲਿਖ ਕੇ? ਇਹਨੇ ਕਵਿਤਾ ਉਚਾਰਨ ਕੀਤੀ ਤੇ ਭਾਈ ਧੰਨਾ ਸਿੰਘ ਜੀ ਹੱਸ ਪਏ। ਕਹਿੰਦੇ, ਚੰਦਨ ਜੀ ਇਹ ਕੀ 16 ਨੰਬਰ ਦੀ ਕਵਿਤਾ ਲਿਆਏ ਹੋ? ਨਵਸਾਤ ਤੀਏ ਨਵਸਾਤ ਪੀਏ ਨਵਸਾਤ ਪਿਆਏ, ਇਹ ਕਿਹੜੀ ਕਵਿਤਾ ਹੋਈ ਵੀ 16 ਨੰਬਰ ਦਾ ਹੀ ਬਸ ਜ਼ਿਕਰ ਆ ਰਿਹਾ, ਵਿੱਚ ਕੋਈ ਸਿਧਾਂਤ ਨਹੀਂ, ਕੋਈ ਫਿਲਾਸਫੀ ਨਹੀਂ, ਕੋਈ ਇਤਿਹਾਸ ਨਹੀਂ ਕਿ 16 ਸਾਲ ਦੀ ਲੜਕੀ 16 ਸਾਲ ਦੇ ਭਰਤੇ ਨੂੰ ਵਿਆਹੀ ਗਈ, 16 ਨਰਦਾਂ ਵਾਲੀ ਚੌਪੜ ਦੀ ਖੇਡ ਖੇਡਣ ਲੱਗ ਪਏ, 16 ਦੀਆਂ 16 ਨਰਦਾਂ ਪਤੀ ਨੇ ਮਾਰ ਲਈਆਂ, ਇਹੀ ਅਰਥ ਨੇ? ਚੰਦਨ ਹੈਰਾਨ ਹੋ ਗਿਆ ਵੀ ਮੈਂ ਤਾਂ ਇਹ ਬੜੀ ਸੁਰਤ ਦੇ ਨਾਲ, ਬੜੀ ਡੂੰਘਾਈ ਦੇ ਨਾਲ ਇਹ ਕਵਿਤਾ ਲਿਖੀ ਸੀ ਵੀ ਗੁੰਝਲਦਾਰ ਕਵਿਤਾ, ਇਹਨੂੰ ਕੋਈ ਸਮਝ ਨਹੀਂ ਸਕੇਗਾ। ਇਹ ਤਾਂ ਕਲਗੀਧਰ ਦੇ ਘੋੜੇ ਨੂੰ ਘਾਹ ਪਾਣ ਵਾਲਾ ਕਾਈਆ ਵੀ ਅਰਥ ਕਰੀ ਜਾਂਦਾ। ਧੰਨਾ ਸਿੰਘ ਜੀ ਕਹਿਣ ਲੱਗੇ ਵੀ ਇੱਕ ਕਵਿਤਾ ਮੈਂ ਵੀ ਘੋੜੇ ਨੂੰ ਘਾਹ ਪਾਉਂਦਿਆਂ ਪਾਉਂਦਿਆਂ ਬਣਾਈ ਹੈ। ਕਵੀ ਚੰਦਨ ਜੀ ਹੁਣ ਮੇਰੀ ਕਵਿਤਾ ਦੇ ਅਰਥ ਵੀ ਕਰੋ।
ਕਵੀ ਚੰਦਨ ਜੀ ਕਹਿਣ ਲੱਗੇ, ਮਹਾਰਾਜ ਮੈਂ ਮੰਨ ਗਿਆ ਹਾਂ ਕਿ ਕਲਗੀਧਰ ਦੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਕਾਈਏ ਵੀ ਵਿਦਵਾਨ ਹੋ ਗਏ ਨੇ। ਉਹ ਕਹਿੰਦੇ ਭਾਵੇਂ ਤੂੰ ਮੰਨ ਗਿਆ ਪਰ ਤੂੰ ਭਾਜੀ ਪਾਈ ਆ, ਹੁਣ ਮੋੜਨੀ ਤਾਂ ਹੈ। ਇੱਕ ਛੰਦ ਤੂੰ ਰਚਿਆ ਤੇ ਮੈਂ ਅਰਥ ਕੀਤੇ ਐ, ਇੱਕ ਛੰਦ ਮੈਂ ਰਚਦਾ ਤੇ ਉਹਦੇ ਅਰਥ ਤੂੰ ਕਰ। ਉਹ ਕਹਿੰਦਾ ਜੀ ਬੋਲੋ। ਫਿਰ ਭਾਈ ਧੰਨਾ ਸਿੰਘ ਜੀ ਨੇ ਇੱਕ ਕਵਿਤਾ ਉਚਾਰਨ ਕੀਤੀ। ਉਹ ਕਹਿਣ ਲੱਗੇ, ਹਾਥੀ ਮਰੇ ਮਦ ਕੇ ਪਰਸੇ, ਕਬਹੂ ਨਾ ਮਰੇ ਤਨ ਤਾਪ ਕੇ ਆਏ। ਤੀਆ ਮਰੇ ਪਤ ਕੇ ਪਰਸੇ, ਕਬਹੂ ਨਾ ਮਰੇ ਪਰਦੇਸ ਸਿਧਾਏ। ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਜਲ ਦੂਰ ਪਰਾਏ। ਗੂੜ ਮੈਂ ਬਾਤ ਕਹੀ ਦੇ ਜਰਾਜ, ਵਿਚਾਰ ਸਕੋ ਤਾਂ ਕਹੋ ਚਿਤ ਲਾਏ। ਕਹਿਣ ਲੱਗੇ ਕਵੀਰਾਜ ਜੀ, ਪੰਡਤ ਜੀ ਇਹ ਗੱਲ ਤੁਹਾਨੂੰ ਕਹਿ ਦਿੱਤੀ ਹੈ, ਇਹਦੀ ਵਿਚਾਰ ਕਰਕੇ ਦੱਸੋ। ਹੁਣ ਜਦੋਂ ਕਿਹਾ ਹਾਥੀ ਮਰੇ ਮਦ ਕੇ ਪਰਸੇ, ਹਾਥੀ ਸ਼ਰਾਬ ਪੀ ਕੇ ਮਰ ਜਾਂਦਾ। ਕਬਹੂ ਨਾ ਮਰੇ ਤਨ ਤਾਪ ਕੇ ਆਏ, ਉਹਦੇ ਤਨ ਤੇ ਬੁਖਾਰ ਚੜੇ ਨਹੀਂ ਮਰਦਾ। ਹਾਲਾਂਕਿ ਹਾਥੀ ਮਰਦਾ ਹੀ ਉਦੋਂ ਹੈ ਜਦੋਂ ਉਹਨੂੰ ਬੁਖਾਰ ਚੜ ਜਾਏ। ਹਾਥੀ ਦੀ ਮੌਤ ਦਾ ਕਾਰਨ ਹੀ ਬੁਖਾਰ ਬਣਦਾ, ਪਰ ਇੱਥੇ ਤਾਂ ਉਲਟ ਹੋ ਰਿਹਾ। ਸ਼ਰਾਬ ਪੀ ਕੇ ਥੋੜੀ ਹਾਥੀ ਮਰਦਾ, ਸ਼ਰਾਬ ਪੀ ਕੇ ਤੇ ਮਸਤ ਹੋ ਜਾਂਦਾ। ਮੀਨ ਮਰੇ ਜਲ ਕੇ ਪਰਸੇ, ਪਾਣੀ ਵਿੱਚ ਰਹਿ ਕੇ ਮੱਛੀ ਮਰ ਜਾਂਦੀ ਹੈ। ਕਬਹੂ ਨਾ ਮਰੇ ਜਲ ਬਾਹਰ ਪਰ, ਜੇ ਪਾਣੀ ਚੋਂ ਬਾਹਰ ਕੱਢ ਦਿਓ ਫਿਰ ਨਹੀਂ ਮਰਦੀ। ਇਹ ਕੈਸੀ ਉਲਟੀ ਗੱਲ ਹੈ। ਤੀਆ ਮਰੇ ਪਤ ਕੇ ਪਰਸੇ, ਇਸਤਰੀ ਉਦੋਂ ਮਰਦੀ ਜਦੋਂ ਉਹਦਾ ਪਤੀ ਸਪਰਸ਼ ਕਰੇ। ਕਬਹੂ ਨਾ ਮਰੇ ਪਰਦੇਸ ਸਿਧਾਏ, ਉਹਦਾ ਪਤੀ ਪਰਮੇਸ਼ਰ ਪਰਦੇਸ ਚਲਾ ਜਾਏ ਫਿਰ ਨਹੀਂ ਮਰਦੀ। ਇਹ ਤਾਂ ਉਲਟੀ ਬਾਤ ਹੈ। ਦੱਸੋ ਪੰਡਤ ਜੀ ਇਹਦੀ ਗੂੜ ਗੱਲ। ਪੰਡਤ ਜੀ ਹੱਥ ਜੋੜ ਕੇ ਸਿਰ ਝੁਕਾ ਕੇ ਕਹਿੰਦੇ, ਮੈਂ ਹਾਰ ਮੰਨਦਾ ਹਾਂ ਔਰ ਇਹ ਵੀ ਕਬੂਲ ਕਰਦਾ ਕਿ ਗੁਰੂ ਨਾਨਕ ਦੇ ਦਰ ਘਰ ਦੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਕਾਈਏ ਵੀ ਵਿਦਵਾਨ ਹੋ ਜਾਂਦੇ ਐ। ਖਲ ਚਤੁਰ ਬਕੀਤਾ, ਖਲ ਮੂਰਖ ਵੀ ਚਤੁਰ ਵੇਦਾਂ ਦੇ ਵਕਤਾ ਹੋ ਜਾਂਦੇ ਨੇ। ਉਹ ਕਹਿਣ ਲੱਗੇ, ਪੰਡਤ ਜੀ ਬਸ ਵਿਸ਼ਰਾਮ ਹੀ ਅੱਗੇ ਪਿੱਛੇ ਕਰਨਾ। ਜਿਹੜਾ ਵਿਸ਼ਰਾਮ ਹੈ ਉਹ ਕਬਹੂ ਨਾ ਤੇ ਲਾ ਦਿਓ ਤੇ ਅਰਥ ਸਪਸ਼ਟ ਹੋ ਜਾਣਗੇ। ਹਾਥੀ ਮਰੇ ਜਲ ਕੇ, ਹਾਥੀ ਮਰੇ ਮਦ ਕੇ ਪਰਸੇ, ਕਬਹੂ ਨਾ। ਸ਼ਰਾਬ ਪੀ ਕੇ ਹਾਥੀ ਕਦੇ ਨਹੀਂ ਮਰਦਾ। ਕਦੋਂ ਮਰਦਾ? ਤਨ ਤਾਪ ਕੇ ਆਏ, ਜਦੋਂ ਉਹਦੇ ਸਰੀਰ ਤੇ ਬੁਖਾਰ ਚੜ ਜਾਏ। ਕਬਹੂ ਨਾ ਵਿਸ਼ਰਾਮ ਉੱਥੇ ਲਾ ਦਿਓ, ਪਹਿਲਾਂ ਲਾ ਦਿਓ ਤੇ ਅਰਥ ਬਦਲ ਜਾਏਗਾ। ਕਬਹੂ ਨਾ ਤੇ ਲਾ ਦਿਓਗੇ ਤੇ ਅਰਥ ਸਪਸ਼ਟ ਹੋ ਜਾਏਗਾ। ਗੁਰੂ ਕੀ ਸੰਗਤ ਦਾ ਇਹ ਪ੍ਰਤਾਪ ਹੈ ਕਿ ਖਲ ਮੂਰਖ ਉਹ ਚਤੁਰ ਵੇਦਾਂ ਦੇ ਵਕਤਾ ਬਣ ਜਾਂਦੇ ਹਨ। ਚਾਰ ਵੇਦਾਂ ਦੇ ਵਕਤਾ ਹੋ ਜਾਂਦੇ ਹਨ। ਚਤੁਰ ਬਕੀਤਾ, ਬਕੀਤਾ ਦਾ ਮਤਲਬ ਵਕਤਾ ਹੋ ਜਾਂਦੇ ਨੇ ਜਿਹੜੇ ਗੁਰੂ ਕੀ ਸੰਗਤ ਕਰਦੇ। ਗੁਰੂ ਕੀ ਸੰਗਤ ਦਾ ਪ੍ਰਤਾਪ ਹੈ। ਅੰਦੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। ਜਿਹੜੇ ਅੰਧਲੇ ਸਨ, ਜਿਨ੍ਹਾਂ ਕੋਲ ਗਿਆਨ ਰੂਪੀ ਚਕਸ਼ੂ ਨਹੀਂ ਸਨ, ਗਿਆਨ ਰੂਪੀ ਅੱਖਾਂ ਤੋਂ ਵਿਹੂਣੇ, ਉਹਨਾਂ ਨੂੰ ਤਿੰਨੇ ਭਵਨਾਂ ਦੀ ਸੋਝੀ ਹੋ ਗਈ ਵੀ ਇਹ ਤਿੰਨੇ ਭਵਨ ਨਾਸ਼ਵਾਨ ਨੇ। ਤ੍ਰੇ ਭਵਨ ਸੂਝਿਆ, ਤਿੰਨਾਂ ਭਵਨਾਂ ਦੀ ਸੋਝੀ ਹੋ ਗਈ ਵੀ ਇਹ ਤਿੰਨੇ ਭਵਨ ਨਾਸ਼ਵਾਨ ਨੇ, ਮਿਥਿਆ ਨੇ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਉਹਨਾਂ ਨੂੰ ਗੁਰੂ ਕੀ ਸੰਗਤ ਕਰਦਿਆਂ ਜਿਹੜੇ ਗਿਆਨ ਵਿਹੂਣੇ ਨੇਤਰਾਂ ਤੋਂ ਅੰਨੇ ਸਨ, ਉਹਨਾਂ ਨੂੰ ਇਹ ਸੁੱਝ ਗਿਆ, ਇਹ ਦ੍ਰਿਸ਼ਟੀ ਗੁਰੂ ਨੇ ਦੇ ਦਿੱਤੀ ਕਿ ਪ੍ਰਮਾਤਮਾ ਦੀ ਚੇਤਨ ਸੱਤਾ ਤਿੰਨਾਂ ਭਵਨਾਂ ਵਿੱਚ ਵਸਦੀ ਹੈ, ਕਿ ਉਹ ਮਾਲਕ ਇਹਨਾਂ ਤਿੰਨਾਂ ਭਵਨਾਂ ਵਿੱਚ ਬਿਰਾਜਮਾਨ ਹੈ, ਤਿੰਨਾਂ ਭਵਨਾਂ ਵਿੱਚ ਹੀ ਵਸਦਾ। ਗੁਰ ਭੇਟ ਪੁਨੀਤਾ, ਗੁਰੂ ਨੂੰ ਮਿਲ ਕੇ ਉਹ ਪੁਨੀਤ ਹੋ ਗਏ, ਪਵਿੱਤਰ ਤੇ ਪਾਵਨ ਹੋ ਗਏ। ਮਹਿਮਾ ਸਾਧੂ ਸੰਗ ਕੇ
ਸੁਨਹੁ ਮੇਰੇ ਮੀਤਾ। ਇਹ ਮੇਰਿਆ ਮਿੱਤਰਾ ਸੋਹਣੇ ਸਾਧ ਸੰਗਤ ਦੀ ਮਹਿਮਾ ਹੈ। ਉਪਰੋਕਤ ਪੰਕਤੀਆਂ ਵਿੱਚ ਜਿਹੜੀ ਵਡਿਆਈ ਦੱਸੀ ਹੈ ਇਹ ਸਾਧ ਸੰਗਤ ਦੀ ਮਹਿਮਾ ਹੈ, ਇਹ ਸਾਧ ਸੰਗਤ ਦਾ ਪ੍ਰਤਾਪ ਹੈ। ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ। ਉਹਨਾਂ ਦੇ ਅੰਤਸ਼ਕਰਣ ਦੀ ਮੈਲ ਖੋਈ ਜਾਂਦੀ ਹੈ। ਜਿਹੜੇ ਸਾਧ ਸੰਗਤ ਕਰਦੇ, ਸਾਧ ਸੰਗਤ ਦੀ ਮਹਿਮਾ ਸੁਣੋ। ਸੰਗਤ ਕਰਨ ਵਾਲਿਆਂ ਦੇ ਅੰਤਸ਼ਕਰਣ ਦੀ ਮੈਲ ਖੋਈ ਜਾਂਦੀ ਹੈ, ਕਰੋੜਾਂ ਪਾਪ ਹਰੇ ਜਾਂਦੇ ਹਨ ਔਰ ਉਹਨਾਂ ਦੇ ਚਿੱਤ, ਉਹਨਾਂ ਦੇ ਅੰਤਸ਼ਕਰਣ ਨਿਰਮਲ, ਸ਼ੁੱਧ ਤੇ ਪਵਿੱਤਰ ਹੋ ਜਾਂਦੇ ਹਨ। ਰਹਾਉ ਐਸੀ ਭਗਤ ਗੋਵਿੰਦ ਕੇ ਕੀਟ ਹਸਤੇ ਜੀਤਾ। ਗੋਬਿੰਦ ਦੀ ਪਰਮੇਸ਼ਰ ਦੀ ਭਗਤੀ ਐਸੀ ਹੈ ਕਿ ਵੇਖੋ ਕੀੜੀ ਨੇ ਹਾਥੀ ਜਿੱਤ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀੜੀ ਨੇ ਹਾਥੀ ਜਿੱਤ ਲਿਆ। ਇੱਕ ਕੀੜੀ ਹਾਥੀ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਕਿੱਡਾ ਵੱਡਾ ਹਾਥੀ ਹੈ ਤੇ ਕੀੜੀ ਦਾ ਆਕਾਰ ਕਿੱਡਾ ਕੁ। ਕੀੜੀ ਨੇ ਹਾਥੀ ਜਿੱਤ ਲਿਆ। ਇਹ ਗੋਬਿੰਦ ਦੀ ਭਗਤੀ ਦਾ ਪ੍ਰਤਾਪ ਹੈ ਕਿ ਜਿਹੜੀ ਨਿਮਰਤਾ ਰੂਪੀ ਕੀੜੀ ਹੈ ਉਹ ਹੰਕਾਰ ਰੂਪੀ ਹਾਥੀ ਨੂੰ ਜਿੱਤ ਲੈਂਦੀ ਹੈ। ਹੰਕਾਰ ਹਾਥੀ ਹੈ, ਵਿਨਿਮਰਤਾ ਕੀੜੀ ਹੈ। ਕੀਟ ਹਸਤੀ ਜੀਤਾ। ਨਿਮਰਤਾ ਰੂਪੀ ਕੀੜੀ ਨੇ ਹੰਕਾਰ ਰੂਪੀ ਹਾਥੀ ਨੂੰ ਜਿੱਤ ਲਿਆ। ਜੋ ਜੋ ਕੀਨੋ ਆਪਨੋ ਤਿਸ ਅਭੈ ਦਾਨ ਦਿੱਤਾ। ਜਿਨ੍ਹਾਂ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ, ਆਪਣਾ ਬਣਾ ਲਿਆ। ਜੋ ਜੋ ਕੀਨੋ ਆਪਨੋ ਤਿਸ ਅਭੈ ਦਾਨ ਦਿੱਤਾ। ਉਹਨਾਂ ਨੂੰ ਅਭੈ ਪਦਵੀ ਦਾ ਦਾਨ ਬਖਸ਼ ਦਿੱਤਾ। ਅਭੈ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਕਰ ਲਿਆ ਉਹਨਾਂ ਨੂੰ ਨਿਰਭਉ ਪਦਵੀ ਦਾ ਦਾਨ ਬਖਸ਼ ਕੇ ਨਵਾਜਿਆ। ਸਿੰਘ ਬਲਾਏ ਹੋਏ ਗਇਓ ਤ੍ਰਿਣ ਮੇਰ ਦਖੀਤਾ। ਸ਼ੇਰ ਬਿੱਲੀ ਹੋ ਗਿਆ, ਸਿੰਘ ਬਿਲਾਈ ਹੋਏ ਗਏ। ਘਾਹ ਦਾ ਕਿਣਕਾ ਜਿਹੜਾ ਸੀ ਉਹ ਸੁਮੇਰ ਹੋ ਗਿਆ। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਇਹ ਹੈ ਕਿ ਕਾਮ ਤੇ ਕ੍ਰੋਧ ਰੂਪੀ ਜਿਹੜੇ ਸ਼ੇਰ ਸਨ, ਸਾਧ ਸੰਗਤ ਦੀ ਮਹਿਮਾ ਵੇਖੋ। ਜਿਹੜੇ ਸਾਧ ਸੰਗਤ ਕਰਦੇ ਐ ਉਹਨਾਂ ਦੇ ਅੰਦਰ ਕਾਮ ਤੇ ਕ੍ਰੋਧ ਰੂਪੀ ਜਿਹੜੇ ਸ਼ੇਰ ਸੀ, ਪਹਿਲਾਂ ਸੰਗਤ ਕਰਨ ਤੋਂ ਪਹਿਲਾਂ ਸ਼ੇਰ ਸੀ। ਜਦੋਂ ਸੰਗਤ ਕਰਨ ਲੱਗ ਪਏ ਤੇ ਉਹ ਕਾਮ ਕ੍ਰੋਧ ਰੂਪੀ ਸ਼ੇਰ ਬਿੱਲੀ ਬਣ ਗਏ। ਪਹਿਲਾਂ ਸ਼ੇਰ ਬਣ ਕੇ ਡਰਾਉਂਦੇ ਸੀ ਇਹਨੂੰ, ਹੁਣ ਬਿੱਲੀ ਬਣ ਕੇ ਆਪ ਡਰਨ ਲੱਗ ਪਏ ਗੁਰੂ ਕੀ ਸੰਗਤ ਕਰਨ ਵਾਲੇ ਤੋਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਾਮ ਕ੍ਰੋਧ ਰੂਪੀ ਜਿਹੜੇ ਸ਼ੇਰ ਸਨ ਉਹ ਬਿੱਲੀ ਹੋ ਗਏ, ਭਿੱਜੀ ਬਿੱਲੀ ਵਾਂਗੂ ਡਰਦੇ ਆ ਹੁਣ। ਤ੍ਰਿਣ ਮੇਰ ਦਖੀਤਾ, ਜਿਹੜਾ ਘਾਹ ਦੇ ਕਿਣਕੇ ਵਾਂਗੂ, ਘਾਹ ਦੇ ਕਿਣਕੇ ਵਾਂਗੂ ਮਨ ਡੋਲਦਾ ਫਿਰਦਾ ਸੀ। ਜਿਵੇਂ ਕਿਣਕਾ ਘਾਹ ਦਾ ਕਦੇ ਹਵਾ ਦੇ ਬੁੱਲੇ ਨਾਲ ਐ ਕਦੇ ਐ ਭੱਜਿਆ ਫਿਰਦਾ ਨਾ, ਏਦਾਂ ਮਨ ਡੋਲਦਾ ਫਿਰਦਾ ਸੀ ਜਿਨ੍ਹਾਂ ਦਾ, ਉਹ ਸਮੇਰ ਪਰਬਤ ਵਾਂਗੂ ਅਡੋਲ ਹੋ ਗਏ। ਮੇਰ ਦਖੀਤਾ ਦਾ ਮਤਲਬ ਸਮੇਰ ਪਰਬਤ ਵਾਂਗੂ ਅਡੋਲ ਦਿਸਣ ਲੱਗ ਪਏ ਜਿਹੜੇ ਗੁਰੂ ਕੀ ਸੰਗਤ ਕਰਦੇ ਆ। ਦੂਸਰਾ ਅਰਥ ਮਹਾਂਪੁਰਸ਼ਾਂ ਨੇ ਇਦਾਂ ਵੀ ਕੀਤਾ, ਸਿੰਘ ਬਿਲਾਈ ਹੋਏ ਗਇਓ। ਜਿਹੜਾ ਬਿੱਲੀ ਵਾਂਗੂ ਕਮਜ਼ੋਰ ਜਿਹਾ ਸੀ, ਡਰਦਾ ਸੀ, ਸਤਿਗੁਰੂ ਜੀ ਨੇ ਕਿਰਪਾ ਕਰਕੇ ਉਹਨੂੰ ਬੱਬਰ ਸ਼ੇਰ ਬਣਾ ਦਿੱਤਾ। ਉਹਨੂੰ ਬੱਬਰ ਸ਼ੇਰ ਦੇ ਮਨਿੰਦ ਬਲੀ ਕਰ ਦਿੱਤਾ। ਔਰ ਤ੍ਰਿਣ ਮੇਰ ਦਖੀਤਾ, ਜਿਹੜਾ ਸੰਸਾਰ ਸੁਮੇਰ ਪਰਬਤ ਵਾਂਗੂ ਬੜਾ ਵੱਡਾ ਦਿਸਦਾ ਸੀ, ਕਹਿੰਦੇ ਉਹਦੀ ਦ੍ਰਿਸ਼ਟੀ ਵਿੱਚ ਹੁਣ ਇਹ ਘਾਹ ਦੇ ਕਿਣਕੇ ਵਾਂਗੂ ਨੂੰ ਨਜ਼ਰ ਆਉਂਦਾ ਵੀ ਇਹ ਤਾਂ ਘਾਹ ਦੇ ਕਿਣਕੇ ਵਾਂਗੂ ਨਾਸ਼ ਹੋ ਜਾਣ ਵਾਲਾ, ਨਸ਼ਟ ਹੋ ਜਾਣ ਵਾਲਾ ਹੈ। ਰਾਮ ਕਰਤੇ ਦਮ ਆਡਕੋ
ਤੇ ਗਣਿਤ ਨੀਤਾ। ਜਿਹੜੇ ਅੱਧੀ ਦਮੜੀ ਵਾਸਤੇ ਵੀ ਮਿਹਨਤਾਂ ਤੇ ਮਸ਼ੱਕਤਾਂ ਘਾਲਦੇ ਸਨ ਤੇ ਨਹੀਂ ਸੀ ਪੱਲੇ ਪੈਂਦੀ, ਅੱਧੀ ਦਮੜੀ ਵੀ ਨਹੀਂ ਸੀ ਪੱਲੇ ਪੈਂਦੀ। ਗੁਰੂ ਕੀ ਸੰਗਤ ਦਾ ਇਹ ਪ੍ਰਤਾਪ ਹੈ ਕਿ ਉਹ ਵੱਡੇ ਵੱਡੇ ਧਨੀ ਗਿਣੇ ਜਾਣ ਲੱਗ ਪਏ ਤੇ ਗਨੀ ਤਨੀਤਾ, ਉਹ ਧਨੀ ਗਿਣੇ ਜਾਣ ਲੱਗ ਪਏ। ਰੰਕਾਂ ਨੂੰ ਗੁਰੂ ਸਾਹਿਬ ਨੇ ਆਪਣੀ ਸੰਗਤ ਦੇ ਪ੍ਰਤਾਪ ਨਾਲ ਸ਼ਾਹੂਕਾਰ ਬਣਾ ਦਿੱਤਾ, ਰਾਜੇ ਬਣਾ ਦਿੱਤਾ। ਇਹ ਗੁਰੂ ਕੀ ਸੰਗਤ ਦਾ ਪ੍ਰਤਾਪ ਹੈ ਕਿ ਅੱਧੀ ਦਮੜੀ ਵਾਸਤੇ ਜਿਹੜੇ ਮਿਹਨਤਾਂ ਮਸ਼ੱਕਤਾਂ ਘਾਲਦੇ ਫਿਰਦੇ ਸਨ, ਸਤਿਗੁਰਾਂ ਨੇ ਉਹਨਾਂ ਨੂੰ ਧਨੀ ਕਰ ਦਿੱਤਾ, ਸ਼ਾਹੂਕਾਰ ਬਣਾ ਦਿੱਤਾ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। ਏ ਮੇਰੇ ਪ੍ਰਭੂ ਜੀ, ਮੈਂ ਤੁਹਾਡੀ ਕਿੰਨੀ ਕੁ ਵਡਿਆਈ ਕਰਾਂ, ਤੁਹਾਡੀ ਸੰਗਤ ਦੀ ਕਿੰਨੀ ਕੁ ਮਹਿਮਾ ਕਥਨ ਕਰਾਂ। ਤੁਹਾਡੀ ਸੰਗਤ ਵਿੱਚ ਬੇਅੰਤ ਹੀ ਗੁਣ ਨੇ, ਬੇਅੰਤ। ਇੱਕ ਹੋਵੇ ਤੇ ਦੱਸਾਂ, ਬੇਅੰਤ ਗੁਨੀਤਾ। ਮਹਾਰਾਜ ਤੁਸੀਂ ਬੇਅੰਤ ਹੀ ਗੁਣਾਂ ਦੇ ਮਾਲਕ ਹੋ, ਅਥਾ ਗੁਣਾਂ ਦੇ ਸੁਆਮੀ ਹੋ। ਕਰ ਕਿਰਪਾ ਮੋਹ ਨਾਮ ਦੇਹੋ ਨਾਨਕ ਦਰ ਸਰੀਤਾ। ਏ ਪ੍ਰਭੂ, ਮੈਂ ਤੁਹਾਡੇ ਦਰ ਦਾ ਸਰੀਤਾ ਗੋਲਾ ਹਾਂ, ਨੌਕਰ ਹਾਂ। ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਦੂਸਰਾ ਅਰਥ ਦਰ ਸਰੀਤਾ ਵੀ ਮਹਾਂਪੁਰਸ਼ਾਂ ਨੇ ਪਾਠ ਕੀਤਾ। ਦਰ ਸਰੀਤਾ ਮੁੱਖ ਪਾਠ ਹੈ, ਦੂਸਰਾ ਪਾਠ ਹੈ ਦਰਸ ਰੀਤਾ। ਹੈ ਪ੍ਰਭੂ, ਮੈਂ ਤੇਰੇ ਦਰਸ਼ਨਾਂ ਤੋਂ ਖਾਲੀ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਤੀਸਰਾ ਅਰਥ ਏਦਾਂ ਵੀ ਮਹਾਂਪੁਰਸ਼ਾਂ ਨੇ ਕੀਤਾ ਕਿ ਹੇ ਪ੍ਰਭੂ, ਹੇ ਅਕਾਲ ਪੁਰਖ, ਤੇਰੇ ਦਰਸ਼ਨ ਕਰਨ ਦੀ ਰੀਤ ਮਰਿਆਦਾ ਹੀ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਮ ਦਾ ਦਾਨ ਬਖਸ਼ਦੇ ਹੋ, ਉਹੀ ਤੁਹਾਡੇ ਦਰਸ਼ਨ ਕਰਦੇ ਹੈ। ਕਿ ਕਿਰਪਾ ਕਰਕੇ ਆਪਣਾ ਨਾਮ ਸਾਨੂੰ ਦਿਓ, ਕਿਉਂਕਿ ਤੁਹਾਡੇ ਦਰਸ਼ਨ ਕਰਨ ਦੀ ਰੀਤ ਹੀ ਇਹ ਹੈ, ਮਰਿਆਦਾ ਹੀ ਇਹ ਹੈ।